ਦੇਸ਼ਧਰੋਹ ਯਾਨੀ ਰਾਜਧਰੋਹ ਦੇ ਕਾਨੂੰਨ ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਸਾਹਮਣੇ ਆਇਆ ਹੈ। ਰਾਜਧਰੋਹ ਦੇ ਮਾਮਲੇ ਦੇ ਵਿੱਚ ਪੁਰਾਣੀ ਕਾਰਵਾਈ ਰੋਕ ਦਿੱਤੀ ਜਾਵੇ। ਸੁਪਰੀਮ ਕੋਰਟ ਨੇ ਬੜਾ ਕਲੀਅਰ ਕਰ ਦਿੱਤਾ ਹੈ, ਦੇਸ਼ਧਰੋਹ ਦਾ ਕੋਈ ਨਵਾਂ ਕੇਸ ਦਰਜ ਨਾ ਹੋਵੇ, 124A ਦੇ ਤਹਿਤ ਕੋਈ ਨਵਾਂ ਮਾਮਲਾ ਦਰਜ ਨਾ ਹੋਵੇ। ਪਹਿਲਾਂ ਤੋਂ ਚੱਲ ਰਹੇ ਮਾਮਲੇ ਦੀ ਜਾਂਚ ਤੇ ਵੀ ਰੋਕ ਲਾ ਦਿੱਤੀ ਗਈ ਹੈ। ਜੁਲਾਈ ਦੇ ਤੀਜੇ ਹਫਤੇ ਵਿੱਚ ਮਾਮਲੇ ਦੀ ਫਿਰ ਤੋਂ ਸੁਣਵਾਈ ਹੋਵੇਗੀ। ਅਗਲੇ ਹੁਕਮਾਂ ਤੱਕ ਸੁਪਰੀਮ ਕੋਰਟ ਦੇ ਇਹ ਹੁਕਮ ਲਾਗੂ ਰਹਿਣਗੇ। ਤੁਹਾਨੂੰ ਦੱਸੀਏ, ਚੀਫ ਜਸਟਿਸ ਆਫ ਇੰਡੀਆ NV ਰਮन्ना ਦੀ ਬੈਂਚ ਇਸ ਪੂਰੇ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਕੇਂਦਰ ਨੇ ਕਿਹਾ ਕਿ ਉਹ ਦੇਸ਼ਧਰੋਹ ਕਾਨੂੰਨ ਤੇ ਵਿਚਾਰ ਕਰ ਰਹੀ ਹੈ। ਕੇਂਦਰ ਸਰਕਾਰ ਨੇ ਬਿਆਨ ਜਿਹੜਾ ਹੈਗਾ, ਇਹ ਹਲਫ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਪੂਰਾ ਮਾਮਲਾ ਦੇਸ਼ਧਰੋਹ ਦੇ ਕਾਨੂੰਨ ਦੇ ਨਾਲ ਜੁੜਿਆ ਹੋਇਆ ਹੈ। सुशील पांडे साडे सहयोगी दिल्ली तो साडे नाल फोन लाइन से जुड़ रहे हैं। सुशील, काफी वक्त से लगातार ये मांग की जा रही थी। अर्शदीप साडे सहयोगी जुड़ रहे हैं, अर्शदीप साडे नाल जुड़ रहे हैं फोन लाइन से। अर्श, काफी वक्त तो ये मांग हो रही सी 1870 ਦਾ ਕਾਨੂੰਨ ਹੈ, ਇਸ ਨੂੰ ਬਦਲਿਆ ਜਾਵੇ ਅੰਗਰੇਜ਼ਾਂ ਦੇ ਵੇਲੇ ਦਾ। ਅੱਜ ਦੀ ਜਿਹੜੀ ਸੁਪਰੀਮ ਕੋਰਟ ਦੀ ਜਿਹੜੀ ਫਾਈਨਲ ਡਿਸੀਜਨ ਇੱਕ ਆਂਦਾ ਹੋਇਆ ਨਜ਼ਰ ਆ ਰਿਹਾ ਹੈ, ਉਹ ਕਿਸ ਪਾਸੇ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਜਾ ਰਿਹਾ ਹੈ? जी, जी पिछली सुनवाई हुई थी गगन, जो उसमें ध्यान नाल देखा जाए तो इस मामले दे विच सुप्रीम कोर्ट दे विच केंद्र सरकार ने अपना पक्ष रखा सी कि असीं इस मामले ते 124A दे उत्ते असीं पुनर विचार करन दे लई तैयार हां कि सुप्रीम कोर्ट इस केस नूं छड्ड के या इस केस दे उत्ते डिस्कशन नूं छड्ड के होर केसेस ते अपना समा लगा सकती है। लेकिन हुण जिहड़ी इस बार हुण सुनवाई हुई है, ताज़ा सुनवाई के दौरान सुप्रीम कोर्ट का कहना है कि ना तो कोई समा सीमा दसी गई है केंद्र दे वल्लों कि कदों तक पुनर विचार किया जाएगा, ਤੇ ਨਾਲ ਹੀ ਇਹਨਾਂ ਕੇਸਿਸ ਦੇ ਵਿੱਚ ਜੋ ਕੇਸਿਸ ਇਸ ਵੇਲੇ ਚੱਲ ਰਹੇ ਨੇ ਜਾਂ ਫਿਰ ਕੇਸਿਸ ਹੋ ਰਹੇ ਨੇ, ਉਹਨਾਂ ਦੇ ਉੱਤੇ ਕੀ ਕਾਰਵਾਈ ਹੋਏਗੀ ਉਨੀ ਦੇਰ। ਤਾਂ ਇਸ ਸਭ ਨੂੰ ਲੈ ਕੇ ਕਾਫੀ ਵੱਡਾ ਡਿਸੀਜਨ ਅਸੀਂ ਕਹਿ ਸਕਦੇ ਹਾਂ, ਲੈਂਡਮਾਰਕ ਡਿਸੀਜਨ ਕਹਿ ਸਕਦੇ ਹਾਂ ਕਿ ਜੋ ਸੁਪਰੀਮ ਕੋਰਟ ਨੇ ਫਿਲਹਾਲ ਅਜਿਹੇ ਸਾਰੇ ਕੇਸਿਸ ਦੇ ਵਿੱਚ ਕਾਰਵਾਈ ਤੇ ਇਨਵੈਸਟੀਗੇਸ਼ਨ ਤੇ ਜਾਂਚ ਤੇ ਰੋਕ ਲਗਾ ਦਿੱਤੀ ਗਈ ਹੈ। ਯਾਨੀ ਕਿ ਜਿਹੜੇ ਵੀ ਕੇਸਿਸ ਪੈਂਡਿੰਗ ਪਏ ਨੇ, ਪੈਂਡਿੰਗ ਪ੍ਰੋਸੀਡਿੰਗ ਤੇ ਰੋਕ ਲਗਾ ਦਿੱਤੀ ਹੈ। ਕੋਈ ਵੀ ਜਾਂਚ ਇਹਨਾਂ ਮਾਮਲਿਆਂ ਦੇ ਵਿੱਚ ਨਹੀਂ ਹੋਏਗੀ ਤੇ ਕੋਈ ਵੀ ਨਵੀਂ FIR ਨਹੀਂ ਦਰਜ ਹੋਏਗੀ। ਅਗਰ ਕੋਈ FIR ਇਸ ਤਰੀਕੇ ਦੀ ਦਰਜ ਹੁੰਦੀ ਹੈ ਤਾਂ ਉਹ ਲੋਕ ਕੋਰਟ ਤੱਕ ਪਹੁੰਚ ਕਰ ਸਕਦੇ ਨੇ ਤੇ ਕੋਰਟ ਨੂੰ ਵੀ ਇਹ ਕਿਹਾ ਗਿਆ ਹੈ ਕਿ ਜੇ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਹਨਾਂ ਦਾ ਜਲਦ ਨਿਬੇੜਾ ਕਰਨਾ ਹੋਏਗਾ। ਤਾਂ ਬਹੁਤ ਵੱਡਾ ਡਿਸੀਜਨ ਕਹਿ ਸਕਦੇ ਹਾਂ ਕਿ ਜਦੋਂ ਤੱਕ ਇਹਦੇ ਉੱਤੇ ਪੁਨਰ ਵਿਚਾਰ ਹੋਏਗਾ 124A ਸੈਕਸ਼ਨ 124A ਦੇ ਉੱਤੇ, ਉਦੋਂ ਤੱਕ ਕੋਈ ਵੀ ਜਿਹੜੀਆਂ ਪੈਂਡਿੰਗ ਪ੍ਰੋਸੀਡਿੰਗਸ ਨੇ ਉਹਨਾਂ ਦੇ ਵਿੱਚ ਕੋਈ ਵੀ ਇਨਵੈਸਟੀਗੇਸ਼ਨ ਵੀ ਨਹੀਂ ਹੋਏਗੀ। ਯਾਨੀ ਕਿ ਜਿਹੜੇ ਮਾਮਲੇ ਪਹਿਲਾਂ ਦਰਜ ਹੋਏ ਨੇ ਉਹਨਾਂ ਦੇ ਵਿੱਚ ਵੀ ਕੋਈ ਇਨਵੈਸਟੀਗੇਸ਼ਨ ਨਹੀਂ ਹੋਏਗੀ, ਕਾਰਵਾਈ ਨਹੀਂ ਹੋਏਗੀ। ਤੇ ਨਾਲ ਹੀ ਇਹ ਵੀ ਕਿ ਨਵੀਆਂ FIRs ਵੀ ਇਸ ਸੈਕਸ਼ਨ ਦੇ ਅਧੀਨ ਦਰਜ ਨਹੀਂ ਹੋਣਗੀਆਂ। ਅਰਸ਼, ਇੱਕ ਹੋਰ ਸਵਾਲ ਇੱਥੇ ਹੈਗਾ ਕਿ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਕਹਿੰਦੇ ਨੇ ਸੁਪਰੀਮ ਕੋਰਟ ਦੀ ਪ੍ਰੋਸੀਡਿੰਗ ਦੇ ਵਿੱਚ ਕਿ IPC ਦੀ ਧਾਰਾ 124A ਤੇ ਰੋਕ ਨਾ ਲਾਈ ਜਾਵੇ। ਕੇਂਦਰ ਸਰਕਾਰ ਕੀ ਕਹਿਣਾ ਚਾਹ ਰਹੀ ਹੈ ਇਸ ਮਸਲੇ ਨੂੰ ਲੈ ਕੇ? ਜੀ, ਕਿਉਂਕਿ ਪਹਿਲਾਂ ਜੇ ਅਸੀਂ ਪਹਿਲਾਂ ਸੁਣਵਾਈ ਦੀ ਗੱਲ ਕਰੀਏ, ਪਹਿਲਾਂ ਇਹ ਪੱਖ ਸਰਕਾਰ ਦੇ ਵੱਲੋਂ ਰੱਖਿਆ ਗਿਆ ਸੀ, ਇੱਕ ਤਰੀਕੇ ਦੇ ਨਾਲ ਪ੍ਰੋੜਤਾ ਕੀਤੀ ਗਈ ਸੀ ਇਸ ਸੈਕਸ਼ਨ ਦੀ। ਲੇਕਿਨ ਬਾਅਦ ਦੇ ਵਿੱਚ ਜਦੋਂ ਸੁਪਰੀਮ ਕੋਰਟ ਸਖਤ ਨਜ਼ਰ ਆਇਆ ਸੁਣਵਾਈ ਦੇ ਦੌਰਾਨ, ਤਾਂ ਕੇਂਦਰ ਨੇ ਕਿਹਾ ਕਿ ਠੀਕ ਹੈ ਅਸੀਂ ਇਸ ਤੇ ਪੁਨਰ ਵਿਚਾਰ ਕਰਨ ਦੇ ਲਈ ਤਿਆਰ ਹਾਂ। ਤੇ ਹੁਣ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕੋਰਟ ਨੂੰ ਇਹ ਕਿਹਾ ਕਿ ਸੈਂਟਰਲ ਗਵਰਨਮੈਂਟ ਸਟੇਟਸ ਨੂੰ ਵੀ ਡਾਇਰੈਕਸ਼ਨ ਇਸ਼ੂ ਕਰੇਗੀ ਕਿ ਜੋ ਵੀ ਆਰਡਰ ਵਿਨੋਦ ਦੁਆ ਦੇ ਕੇਸ ਵਿੱਚ ਪਾਸ ਹੋਇਆ ਸੀ ਉਸ ਨੂੰ ਫੋਲੋ ਕੀਤਾ ਜਾਏ। ਤਾਂ ਉਹ ਜਿਹੜੇ ਵੀ ਸਾਰੇ ਹੁਣ ਕੇਸਿਸ ਹੋਣਗੇ ਉਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ, ਕਿਉਂਕਿ ਇਹ ਬਹੁਤ ਸਾਰੇ ਇਲਜ਼ਾਮ ਆ ਰਹੇ ਨੇ ਕਿ ਇਹ ਧਾਰਾ ਜਿਹੜੀ ਹੈ ਇਸਦਾ ਮਿਸਯੂਜ਼ ਬਹੁਤ ਹੋ ਰਿਹਾ ਹੈ, ਫਰੀडम ਆਫ ਸਪੀਚ ਦੇ ਉੱਤੇ ਅਟੈਕ ਕਰਨ ਦੇ ਲਈ ਜਾਂ ਉਸ ਤਰੀਕੇ ਦੇ ਨਾਲ ਇਸ ਨੂੰ ਵਰਤਿਆ ਜਾ ਰਿਹਾ ਕਿ ਜੋ ਵੀ ਕੋਈ ਅਗਰ ਸਰਕਾਰ ਦੇ ਖਿਲਾਫ ਸਟੇਟ ਦੇ ਖਿਲਾਫ ਬੋਲਦਾ ਹੈ ਤਾਂ ਉਹਨਾਂ ਤੇ ਮਿਸਯੂਜ਼ ਹੋ ਰਿਹਾ ਹੈ। ਤਾਂ ਇਹਨਾਂ ਸਾਰੇ ਇਲਜ਼ਾਮਾਂ ਨੂੰ ਲੈ ਕੇ ਬਹੁਤ ਸਾਰੀਆਂ ਪਟੀਸ਼ਨਸ ਪਾਈਆਂ ਗਈਆਂ ਨੇ, ਹਾਈ ਕੋਰਟ ਦੇ ਵਿੱਚ ਵੀ ਮੈਟਰ ਪਿਆ ਹੈ। ਤਾਂ ਹੁਣ ਉਸ ਨੂੰ ਲੈ ਕੇ ਕੋਈ ਵੱਡਾ ਡਿਸੀਜਨ ਕਹਿ ਸਕਦੇ ਹਾਂ ਕਿ ਆ ਵੀ ਸਕਦਾ ਹੈ। ਲੇਕਿਨ ਹੁਣ ਕੇਂਦਰ ਆਪਣੇ ਆਪ ਕਹਿ ਰਿਹਾ ਕਿ ਅਸੀਂ ਪੁਨਰ ਵਿਚਾਰ ਕਰਾਂਗੇ, ਲੇਕਿਨ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਦੋਂ ਤੱਕ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਕੋਈ ਵੀ ਇਨਵੈਸਟੀਗੇਸ਼ਨ ਨਾ ਹੋਏ, ਇਹਨਾਂ ਮਾਮਲਿਆਂ 'ਚ ਕੋਈ ਵੀ ਕਾਰਵਾਈ ਨਾ ਹੋਏ, ਇਸ ਸੈਕਸ਼ਨ ਦੇ ਅਧੀਨ ਕੋਈ ਨਵੀਂ FIR ਵੀ ਨਾ ਦਰਜ ਹੋਏ। ਤੇ ਜੇ ਕੋਈ FIR ਦਰਜ ਹੁੰਦੀ ਹੈ ਤਾਂ ਉਹਨਾਂ FIRs ਦੇ ਉੱਤੇ ਕੋਰਟ 'ਚ ਲੋਕ ਪਹੁੰਚ ਕਰ ਸਕਦੇ ਨੇ ਤੇ ਜਲਦ ਕੋਰਟਸ ਨੂੰ ਉਹਨਾਂ ਦਾ ਨਿਬੇੜਾ ਵੀ ਕਰਨਾ ਹੋਏਗਾ। ਯਾਨੀ ਕਿ ਜਲਦ ਤੋਂ ਜਲਦ ਉਹ ਕੇਸ ਨਿਪਟਾਉਣੇ ਹੋਣਗੇ, ਨਹੀਂ ਕਿ ਉਹ ਕੇਸ ਲਟਕਦੇ ਰਹਿਣ, ਲੋਕ ਜੇਲ੍ਹਾਂ ਦੇ ਵਿੱਚ ਚਲੇ ਜਾਣ। ਤਾਂ ਉਹ ਕਾਫੀ ਸਖਤ ਅਸੀਂ ਕਹਿ ਸਕਦੇ ਹਾਂ ਕਿ ਸੁਪਰੀਮ ਕੋਰਟ ਇਸ ਮਾਮਲੇ 'ਚ ਨਜ਼ਰ ਆ ਰਿਹਾ। बिल्कुल अर्श, बहुत बहुत शुक्रिया इस तमाम जानकारी के लिए। अर्शदीप संधू सन जानकारी दे रहे सन साडे सहयोगी ते ਤੁਹਾਨੂੰ ਅਪਡੇਟਸ ਦੇ ਰਹੇ ਆ ਇੱਕ ਇੱਕ ਕਰਕੇ ਇਸ ਮਾਮਲੇ ਬਾਰੇ। ਕਈ ਸਾਰੀ ਚੀਜ਼ਾਂ ਨੇ, ਕਈ ਸਾਰੇ ਤੱਥ ਨੇ ਜਿਹੜੇ ਸਮਝਣੇ ਚਾਹੀਦੇ ਨੇ। 5 ਧਿਰਾਂ ਸੀਗੀਆਂ ਜਿਨ੍ਹਾਂ ਨੇ ਤਕਰੀਬਨ 10 ਅਰਜ਼ੀਆਂ ਦਾਖਲ ਕੀਤੀਆਂ ਸੀਗੀਆਂ ਸੁਪਰੀਮ ਕੋਰਟ ਦੇ ਵਿੱਚ। ਇਹਨਾਂ ਦੇ ਵਿੱਚ ਐਡੀਟਰਸ ਗਿਲਡ ਆਫ ਇੰਡੀਆ ਸੀ, ਇਹਨਾਂ ਦੇ ਵਿੱਚ TMC ਦੀ ਮੈਂਬਰ ਪਾਰਲੀਮੈਂਟ ਮਹੁਆ ਮੋਹਿਤਰਾ ਸੀਗੀ ਤੇ ਇਹਨਾਂ ਦੇ ਵਿੱਚ ਹੀ ਪੰਜ
ਅਜਿਹੇ ਸੀਗੇ ਜਿਨ੍ਹਾਂ ਨੇ ਅਰਜ਼ੀਆਂ ਦਾਖਲ ਕੀਤੀਆਂ ਸਨ, ਉਹਨਾਂ ਦੀ ਅਰਜ਼ੀ ਤੇ ਸੁਣਵਾਈ ਹੋਈ ਹੈ। सुशील पांडे ਸਾਡੇ सहयोगी दिल्ली तो साडे नाल जुड़ रहे हैं। सुशील, सुप्रीम कोर्ट की प्रोसीडिंग में आज एक डिसीजन लेते हुए सुप्रीम कोर्ट नजर आ रही है, देशद्रोह के मामले पर पूरी कार्रवाई रोक दी जाए और आने वाली सुनवाई तक कोई नया मामला दर्ज ना किया जाए। जी बिल्कुल, देखिए साफ तौर से एक बड़ा फैसला फिलहाल सुप्रीम कोर्ट की तरफ से। सुप्रीम कोर्ट ने फिलहाल इस मामले में कई आदेश दिए हैं। पहला आदेश ये है कि जो केंद्र सरकार अनुमति मांग रहा था इस कानून की समीक्षा के लिए, फिलहाल सुप्रीम कोर्ट ने केंद्र सरकार को वो अनुमति दी है। लेकिन सुप्रीम कोर्ट ने ये कहा है कि जब तक इस पूरे मामले में केंद्र सरकार कानून की समीक्षा कर रहा है, उस पर गाइडलाइन बना रहा है, तब तक देश भर में जितने भी मुकदमे 124 से यानी कि देशद्रोह से संबंधित दर्ज हैं उनको ठंडे बस्ते में रखा जाएगा, यानी कि उन पर स्टे रहेगा, उन पर कोई भी कार्रवाई नहीं की जाएगी। वहीं सुप्रीम कोर्ट ने यह भी कहा है कि देशद्रोह के तहत जो भी मुकदमा फिलहाल दर्ज है, जो आरोपी हैं वो उस बाबत राहत के लिए निचली अदालतों में जमानत याचिका दाखिल कर सकते हैं। वहीं सुप्रीम कोर्ट ने यह भी कहा है कि देशद्रोह से संबंधित जो मुकदमे हैं उन मुकदमों में कोई भी नया मुकदमा राज्य सरकार के द्वारा दर्ज ना किया जाए। अगर राज्य सरकार इस पूरे मामले में कोई मुकदमा दर्ज करती है तो उसमें जो संबंधित जिले के एसपी होंगे वो संतुष्टि देंगे, तब ये मुकदमा दर्ज किया जाएगा। बहरहाल एक बड़ा आदेश फिलहाल सुप्रीम कोर्ट का देशद्रोह के कानून की समीक्षा करने को लेकर है। सुप्रीम कोर्ट अब इस पूरे मामले में जुलाई के तीसरे हफ्ते में सुनवाई करेगा। लेकिन इस पूरे आदेश से कहीं ना कहीं तमाम राज्य सरकारों में अब जमानत को लेकर कई अर्जियां दाखिल की जाएंगी, क्योंकि इस मामले में कई ऐसे लोग हैं, लगभग 8200 आरोपी जो हैं पूरे देश भर में, जो इस पूरे कानून से संबंधित जेल में बंद है। तो ऐसे में सुप्रीम कोर्ट ने भी ये स्पष्ट किया था कि चूंकि ये कानून बहुत पुराना है, लिहाजा इस पूरे कानून को क्यों ना अमेंड किया जाए, क्यों ना इसको रद्द किया जाए, क्योंकि ज्यादा से ज्यादा राज्य सरकारें इस कानून का गलत इस्तेमाल करती थी और उसी लिए केंद्र सरकार की तरफ से ये जवाब मांगा गया था। बहरहाल केंद्र सरकार की तरफ से ये कहा गया कि इस कानून को रद्द ना किया जाए, बहरहाल इस कानून की समीक्षा किया जाए। चूंकि बड़ा रीजन इस मामले में ये है कि देशद्रोह और राजद्रोह ये ऐसा कानून है जिस पर कई राजनीतिक पार्टियां या कई राज्य सरकारें उसको अपने मतलब के लिए इस्तेमाल करती हैं, ऐसा याचिकाकर्ता के द्वारा कोर्ट में आरोप लगाया गया था। लेकिन अब फिलहाल एक बड़ी राहत देते हुए सुप्रीम कोर्ट ने ये एक बड़ा आदेश दिया है, यानी कि जितने भी ट्रायल देशद्रोह से संबंधित चल रहे थे पूरे देश भर में, उस पर फिलहाल सुप्रीम कोर्ट ने तत्काल प्रभाव से रोक लगा दी। सुशील, बहुत बहुत शुक्रिया इस तमाम जानकारी के लिए। ਸਾਡੇ सहयोगी सुशील जानकारी दे रहे सन ते ਸਾਡੇ ਨਾਲ ਇਸ ਵੇਲੇ ਵਧੀਕ ਸੋਲਿਸਿਟਰ ਜਨਰਲ ਸਤਿਆਪਾਲ ਜੈਨ ਸਾਡੇ ਨਾਲ ਜੁੜ ਰਹੇ ਨੇ ਫੋਨ ਲਾਈਨ ਤੇ। ਜੈਨ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਸੁਪਰੀਮ ਕੋਰਟ ਦਾ ਡਿਸੀਜਨ ਦੇਸ਼ਧਰੋਹ ਦੇ ਕਾਨੂੰਨ ਤੇ ਕਿਤੇ ਨਾ ਕਿਤੇ रोक लाने के ਵੱਲ ਵਧਦਾ ਹੋਇਆ नजर आ रहा है, थोड़ा पहला रिएक्शन? देखिए, ये कानून जो है ये 1870 में बना था जी, और पिछले 70 साल से कांग्रेस की सरकारें रही तब भी ये कानून रहा। कोई ऐसा नहीं है कि कानून मोदी सरकार ने बनाया हो जी। और इस कानून की वैधता को पहले भी चुनौती दी जा चुकी है और 1962 में सुप्रीम कोर्ट के 5 जजों के बेंच ने केदारनाथ सिंह के केस में ये कहा कि ये जो क्लॉज है ये धारा बिल्कुल संवैधानिक है और इसको कोई भी असंवैधानिक बात इसमें नहीं है। लेकिन सुप्रीम कोर्ट ने उस निर्णय में ये जरूर कहा कि ये धारा उस केस में लागू होगी जब कोई वायलेंस करता है, पब्लिक डिसऑर्डर क्रिएट करता है, उन केसों में ये लागू होगी। अब फिर दोबारा इसकी वैधता को सुप्रीम कोर्ट के 3 जजों के बेंच में इसकी समीक्षा हो रही है। मैं 2 बातें कहना चाहता हूँ। पहली बात, भारत सरकार ने, नरेंद्र मोदी की सरकार ने ये बात कही है कि जो बातें सामने आई हैं उनको देखते हुए हम इस पर पुनर्विचार करने को तैयार हैं और सुप्रीम कोर्ट ने भारत सरकार को पुनर्विचार करने का समय दिया है। अगली सुनवाई 3 जुलाई को होगी। इस दौरान सुप्रीम कोर्ट ने जो अंतरिम आदेश दिया है, थोड़ा हैरानी करने वाला जरूर है कि किसी कानून की धारा को ही अबेंस में रखा गया है, लेकिन तब भी सुप्रीम कोर्ट की पावर है। सुप्रीम कोर्ट ऐसी कोई भी ऑर्डर आदेश पारित कर सकता है। भारत सरकार का कहना था कि आप इसको स्थगनादेश जारी मत करें, कानून चलने दें, लेकिन सुप्रीम कोर्ट ने कहा तो उसकी पालना होगी। जैन साहब, तुसी कह रहे हो कि ठीक है ये हुक्म जिहड़ा है क्योंकि कानून बड़ा पुराना है, 70 साल कांग्रेस की सरकार रही है, हालांकि 70 सालों के विचाले कई बार आप ये भी भुल जाते हैं कि विच बीजेपी ते अलायंस की सरकारां भी रही ने। 2014 तो लेके 2019 तक 326 मामले दर्ज हुए ने देशद्रोह के। केंद्रीय गृह मंत्रालय की रिपोर्ट है जिन्हां विचों सिर्फ 6 मामलों की सजा हुई है, यानी 320 मामले अजिहे ने जिन्हां विच सजा नहीं हुई है, यानी जिहड़े प्रूव ही नहीं हो सके। अजिहे हालात दे विच सुप्रीम कोर्ट का यह ऑर्डर कितना अहम हो जाता है? देखिए, 2 बातें आप ध्यान में रखिए, क्योंकि उसी एक्ट के अंदर किसी भी क्लॉज के अंदर, चाहे वो मर्डर है, रेप है, सेडिशन है, कोई भी है,
दोनों आर्गूमेंट जो है वो लागू नहीं होती। एक ये कहना कि भाई इसके अंदर कन्विक्शन रेट ज्यादा नहीं है, ज्यादा लोग बरी हो गए, वो बहुत सारी जगह लोग बरी होते हैं। दूसरा ये कहना कि इसका दुरुपयोग हुआ है। हिंदुस्तान में अलग अलग राज्यों में वक्त बेवक्त ये इल्जाम लगते रहे हैं कि पुलिस, चाहे वो मर्डर का केस है, चाहे रेप का केस है, चाहे चोरी का है, चाहे नशे का है, चाहे एडिक्शन का केस है, इन सब का दुरुपयोग करती रही है। अगर अब सिर्फ इसी आधार पर कि कन्विक्शन रेट कम है या कि पुलिस पर दुरुपयोग करने के आरोप लग रहे हैं, तो फिर तो हिंदुस्तान में पता नहीं कितने कानून आपको रद्द करने पड़ेंगे। प्रश्न ये है कि क्या ये संवैधानिक रूप से उचित है या नहीं है। इस विषय पर अब पहले भारत सरकार विचार करेगी, इसमें क्या क्या गाइडलाइंस हो सकती हैं, क्या क्या इसमें सुरक्षा के नियम दी जा सकते हैं ताकि इसका दुरुपयोग कम से कम हो, और फिर सुप्रीम कोर्ट विचार करेगा कि इस पर क्या विचार किया जाए। एक बात और समझ लीजिए आप, जो पहला जजमेंट है जिसमें इसकी संवैधानिक वैधता को मान्यता दी गई है, वो 5 जजों का बेंच है सुप्रीम कोर्ट का, और सुप्रीम कोर्ट के अनुसार अगर उस जजमेंट को रिकंसिडर करना है तो फिर 7 जजों का बेंच बनेगा। अब कब वो 7 जजों का बेंच बनेगा, सुनवाई होगी, कब जजमेंट आएगी, तो ये कह देना कि बस अब तो समाप्त हो गया, कुछ वो नहीं है। अभी एक शुरुआत है इसको री एग्जामिन करने की। ये कहना कि बस ये रद्द होने जा रहा है, रद्द हो गया, मुझे लगता है ये बहुत प्रीमेच्योर होगा। जन साहब, एक सवाल होर, डेमोक्रेटिक मुल्क दे विच, जमहूरी मुल्क जिहड़ा होवे, आजाद मुल्क होवे, उस मुल्क दे विच देशद्रोह इस शब्द का इस्तेमाल, थोड़े सियासी विरोधी भी, बीजेपी के जिहड़े सियासी विरोधी रहे ने, वो लगातार ये सवाल चुकते रहे ने कि ये पॉसीबल हैगा कि इसनूं मन्निया जाए कि जिथे जमहूरीयत, जिसनूं खुद लाल कृष्ण अडवाणी वर्गे सीनियर आगू लोक सभा दे विच कहंदे सीगे कि जमहूरीयत का मतलब यह हैगा कि जेकर 99% लोग एक पासे खड़े ने और एक शख्स भी जेकर अगेंस्ट बोल रहा है तो उस एक इकल्ले नूं भी स्पेस दिता जाए। उस थॉट प्रोसैस दे विचाले कि सडिशन का ये चार्ज जिहड़ा हैगा इसकी थां ते इसनूं कुछ होर रूप में दिता जा सकता है या इसनूं देशद्रोही रखा जाना चाहिए? एज एन एडवोकेट, एक बात मैं एडवोकेट के नाते बोल रहा हूँ, एक बात आप समझ लीजिए, सेडिशन का लॉ सेक्शन 124A आपको सरकार के खिलाफ बोलने से नहीं रोकता है। ये कानून आपको सरकार की निंदा करने से नहीं रोकता है। ये आपको शांतमय आंदोलन करने से नहीं रोकता है। ये आपको धरना प्रदर्शन करने से नहीं रोकता है। ये कानून ये कहता है कि अगर आप हिंसा उकसाते हैं, हिंसा इसको कोई भी जस्टिफाई नहीं करता, क्या आप ये कहेंगे कि एक व्यक्ति हिंसा करता है, वायलेंस करवाता है और उसको आप कहो कि नहीं ये तो देशभक्त है। इसलिए ये शब्द कोई भी इस्तेमाल कर लें आप, 124A 2 सिचुएशन में लागू होती है। अगर आप पब्लिक डिसऑर्डर क्रिएट करते हो, जिसे हम बोलते हैं मास सिविल वार टाइप हिंसा, वायलेंस करना सरकार के खिलाफ, जिसको कोई जस्टिफाई नहीं कर सकता। इसलिए ये गलत धारणा पैदा की जा रही है कि अगर आप सरकार की निंदा करते हो, सरकार के खिलाफ बोलते हो, तो आप पर ये धारा लागू होगी। ये लागू नहीं होती है। और अगर कहीं दुरुपयोग होता है, हिंदुस्तान में कोई कानून नहीं है जिसके दुरुपयोग के इल्जाम नहीं लगे, तो कचहरियां सबसे बड़ी सेफ गार्ड हैं जो उस व्यक्ति को बरी करती हैं, जमानत देती हैं, उस आदमी की सुरक्षा करती हैं। सर, एक जी लाइन जी मीडिया के भी हाईलाइट हो रही है कि जेकर कोई सरकार विरोधी गल्लां लिखता है या बोलता है या कौमी जिहड़े प्रतीक ने, निशान ने, उन्हां दी बेअदबी करता है, इस दे नाल ही संविधान नूं हेठी करने की कोशिश करता है, तो उसनूं 124A दे तहत 3 साल तो लैके उम्र कैद तक की सजा हो सकती है। कि ये लाइन ठीक है या इस विच तरमीम हैगी है कोई? देखिए, जो तो ये सरकार के खिलाफ बोलना है, सरकार की निंदा करना है, ये कोई प्रॉब्लम इसमें नहीं है, ये धारा लागू नहीं होती है। लेकिन जो मैंने कहा, केदारनाथ सिंह के केस में सुप्रीम कोर्ट ने कहा कि अगर कोई व्यक्ति हिंसा करवाता है, उकसाता है हिंसा करने के लिए या पब्लिक डिसऑर्डर करता है, तो उसके अंदर ये धारा जरूर लागू होगी। सरकार की निंदा करना, सरकार के खिलाफ बोलना रोजाना लोग बोल रहे हैं, रोजाना लोग करते हैं। और अगर कहीं पुलिस किसी के खिलाफ कार्रवाई करती है तो कोर्ट है, कोर्ट उसको स्टे देती है। आज भी सुप्रीम कोर्ट ने, जब सुप्रीम कोर्ट को लगा कि भी नहीं इन केसों में स्टे मिलना चाहिए, तो उन्होंने स्टे दे दिया। चलो जन साहब, तुसीं साडे नाल बने रहो। साडे नाल मनीष तिवाड़ी भी जुड़ रहे हैं, कांग्रेस के आगू, उन्होंने नाल भी असीं गल कर लेने। मनीष तिवाड़ी जी, किस तरीके ये सुप्रीम कोर्ट का ऑर्डर ये किस पासे इशारा कर रहा है? आज कहता है सुप्रीम कोर्ट ने कि जब तक असीं अगली सुनवाई नहीं करांगे जुलाई तक, उदों तक नवा केस दर्ज नहीं होएगा और जिहड़े पुराने दर्ज ने उन्हां ते फास्ट जिहड़ी हैगी प्रोसीडिंग की जाए। मनीष तिवाड़ी जी, बहुत बढ़िया फैसला है उच्चतम न्यायालय का, क्योंकि ये जिहड़ा सेडिशन का कानून है, ਇਹਦਾ बहुत दुर्वरतों हो रही थी। चाहे कोई भी सियासी पार्टी हो, ਜਿਹੜੀ ਵੀ ਕਿਤੇ ਸਰਕਾਰ 'ਚ ਹੈ, ਉਹਦਾ ਜਿਹੜਾ ਬਸ ਚੱਲਦਾ ਹੈਗਾ ਇਸ ਕਾਨੂੰਨ ਦੀ ਦੁਰਵਰਤੋਂ ਕਰਦੀ ਸੀਗੀ। ਔਰ महात्मा गांधी जी ਨੂੰ
ਜਦੋਂ ਅੰਗਰੇਜ਼ੀ ਸਾਮਰਾਜਵਾਦ ਪ੍ਰਤਾੜਿਤ ਕਰ ਰਿਹਾ ਸੀਗਾ, ਉਹਨਾਂ ਦੇ ਉੱਪਰ ਮੁਕੱਦਮੇ ਚੱਲਦੇ ਸੀਗੇ, ਤਾਂ ਇੱਕ ਟ੍ਰਾਇਲ 'ਚ ਉਹਨਾਂ ਨੇ ਕਿਹਾ ਸੀਗਾ ਕਿ ਦਿਸ ਇਜ਼ ਦ ਪ੍ਰਿੰਸ ਅਮੰਗ ਦ ਪੋਲੀਟੀਕਲ ਸੈਕਸ਼ਨਸ ਆਫ ਦ ਇੰਡੀਅਨ ਪੀਨਲ ਕੋਡ। ਇਹਨੂੰ ਤਾਂ ਬਹੁਤ ਪਹਿਲਾਂ ਖਾਰਿਜ ਕਰ ਦੇਣਾ ਚਾਹੀਦਾ ਸੀਗਾ, ਔਰ ਬੜੀ ਵਧੀਆ ਗੱਲ ਹੈ ਜਿਹੜਾ ਸੁਪਰੀਮ ਕੋਰਟ ਨੇ ਇਹਨੂੰ ਸਟੇ ਕਰਤਾ ਹੈਗਾ 17 ਮਈ ਤੱਕ। ਔਰ ਹੁਣ ਸਰਕਾਰ ਕੋਲੇ ਇੱਕ ਡੈਫੀਨਿਟਿਵ ਟਾਈਮਲਾਈਨ ਸੁਪਰੀਮ ਕੋਰਟ ਨੇ ਦੇ ਦਿੱਤੀ ਉੱਚਤਮ ਨਿਆਲੇ ਨੇ ਕਿ ਬਈ 17 ਮਈ ਤੱਕ ਤੁਸੀਂ ਸਾਨੂੰ ਦੱਸੋ ਇਹਦੇ ਕੀ ਸੰਸ਼ੋਧਨ ਕੀ ਤਬਦੀਲੀ ਤੁਸੀਂ ਕਰਨ ਜਾ ਰਹੇ ਹੈਗੇ ਹੋ, ਔਰ ਉਸ ਤੋਂ ਬਾਅਦ ਜੇ ਅਸੀਂ ਉਸ ਨਾਲ ਸੰਤੁਸ਼ਟ ਹੋਵਾਂਗੇ ਤਾਂ ਫਿਰ ਕੇਸ ਦੇ ਵਿੱਚ ਅਗਲੀ ਕਾਰਵਾਈ ਕਰਾਂਗੇ। ਬਿਲਕੁਲ ਮਨੀਸ਼ ਜੀ, ਹੁਣੇ ਸਤਿਆਪਾਲ ਜੈਨ ਸਾਹਿਬ ਸਾਡੇ ਨਾਲ ਜੁੜੇ ਹੋਏ ਸੀਗੇ, ਐਡੀਸ਼ਨਲ ਸੋਲਿਸਿਟਰ ਜਨਰਲ, ਤੇ ਹੁਣ ਤਾਂ ਉਹ ਫੋਨ ਲਾਈਨ ਕੱਟ ਗਏ ਨੇ, ਪਰ ਉਹਨਾਂ ਨੇ ਇੱਕ ਸਵਾਲ ਚੁੱਕਿਆ ਕਿ 70 ਸਾਲਾਂ ਤੱਕ ਕਾਂਗਰਸ ਦੀਆਂ ਸਰਕਾਰਾਂ ਵੀ ਰਹੀਆਂ, ਜਿਹੜੀ ਇੱਕ ਟ੍ਰੈਡੀਸ਼ਨਲ ਲਾਈਨ ਅਕਸਰ ਯੂਜ਼ ਕੀਤੀ ਜਾਂਦੀ ਹੈ, ਉਹ ਲਾਈਨ ਉਹਨਾਂ ਨੇ ਚੂਜ਼ ਕੀਤੀ, ਤੇ ਉਹਨਾਂ ਕਿਹਾ ਕਿ ਉਸ ਵੇਲੇ ਵੀ ਕੋਈ ਬਦਲਾਅ ਨਹੀਂ ਹੋਇਆ। ਅਸੀਂ ਇਸ ਨੂੰ ਕਿਸ ਐਂਗਲ ਨਾਲ ਦੇਖੀਏ? ਦੇਖੋ, ਇਹਦਾ ਸਿੱਧਾ ਜਵਾਬ ਇਹ ਹੈ ਕਿ ਕਾਂਗਰਸੀ ਸਰਕਾਰਾਂ ਦਾ ਜਿਹੜਾ ਕਾਰਜਕਾਲ ਹੈ ਤੁਸੀਂ ਉਹਨੂੰ ਵੇਖ ਲਓ, ਔਰ ਪਿਛਲੇ 8 ਵਰਿਆਂ ਦਾ ਐਨਡੀਏ ਭਾਜਪਾ ਸਰਕਾਰ ਦਾ ਕਾਰਜਕਾਲ ਵੇਖ ਲਓ। ਜਿੰਨੇ ਸੈਡੇਸ਼ਨ ਦੇ ਕੇਸ ਪਿਛਲੇ 8 ਵਰਿਆਂ 'ਚ ਦਰਜ ਹੋਏ ਨੇ, ਖਾਸ ਕਰ ਜਿੱਥੇ ਭਾਜਪਾ ਦੀ 326 ਹੋਏ ਨੇ ਜੀ, ਉਹਨੇ ਪਿਛਲੇ 70 ਵਰਿਆਂ 'ਚ ਨਹੀਂ ਦਰਜ ਹੋਏ। ਸੋ ਇਹ ਕਿਤੇ ਨਾ ਕਿਤੇ ਹੈਗਾ ਇੱਕ ਰੋਸ, ਪਰ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਸ਼ਾਇਦ ਇਸ ਨੂੰ ਪਹਿਲਾਂ ਵੀ ਕੀਤਾ ਜਾ ਸਕਦਾ ਸੀਗਾ, ਜਦੋਂ ਇਸ ਦੀ ਕੋਈ ਲੋੜ ਨਹੀਂ ਸੀਗੀ। ਕਾਂਗਰਸ ਦੇ ਰਾਜ ਵਿੱਚ ਵੀ ਇਹ ਹੋ ਸਕਦਾ ਸੀ। ਦੇਖੋ ਏਦਾਂ ਹੈ ਕਿ ਗੱਲ ਕਾਨੂੰਨ ਦੀ ਨਹੀਂ ਹੈ, ਗੱਲ ਕਾਨੂੰਨ ਦੇ ਉਪਯੋਗ ਜਾਂ ਦੁਰਉਪਯੋਗ ਦੀ ਹੈ। ਹੁਣ ਫੌਜਦਾਰੀ ਦੇ ਕਾਨੂੰਨ ਦੇ ਵਿੱਚ ਬਾਕੀ ਵੀ ਕਈ ਪ੍ਰਾਵਧਾਨ ਨੇ, ਇਹਨਾਂ ਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ ਉਹ ਬਹੁਤ ਸਖਤ ਹੈ, ਪਰ ਗੱਲ ਇੱਥੇ ਮੁੱਕਦੀ ਹੈ ਕਿ ਕਿਹੜੀ ਸਰਕਾਰ ਉਹਦਾ ਉਪਯੋਗ ਕਰਦੀ ਹੈ, ਕਿਹੜੀ ਸਰਕਾਰ ਉਹਦਾ ਦੁਰਉਪਯੋਗ ਕਰਦੀ ਹੈ, ਕਿਹੜੇ ਝੂਠੇ ਪਰਚੇ ਬਣਾਉਂਦੇ ਨੇ, ਔਰ ਕਿਹੜੇ ਜੇ ਕੋਈ ਦੇਸ਼ ਵਿਰੋਧੀ ਕਾਰਵਾਈ ਹੁੰਦੀ ਹੈ, ਜਿੱਥੇ ਵਾਇਲੈਂਸ ਇਨਸਾਈਟ ਹੁੰਦੀ ਹੈ, ਹਿੰਸਾ ਇਨਸਾਈਟ ਹੁੰਦੀ ਹੈ, ਉੱਥੇ ਇਸ ਕਾਨੂੰਨ ਨੂੰ ਇਨਵੋਕ ਕੀਤਾ ਜਾਂਦਾ ਹੈਗਾ। ਮਨੀਸ਼ ਜੀ, ਕਾਫੀ ਸਵਾਲ ਮੈਂ ਐਡ ਆਨ ਤੁਹਾਨੂੰ ਕਰਨਾ ਚਾਹਾਂਗਾ ਇਹਦੇ ਵਿੱਚ ਹੀ। ਹੁਣ ਜਦੋਂ ਰਿਵਿਊ ਕਰਨ ਦੀ ਗੱਲ ਹੋ ਰਹੀ ਹੈ, ਇਸ ਪੂਰੇ ਕਾਨੂੰਨ ਤੇ ਕੇਂਦਰ ਰਿਵਿਊ ਕਰੇਗਾ, ਇਸ ਨੂੰ ਮੁੜ ਦੇਖਣਾ ਹੋਏਗਾ, ਸਾਰਾ ਘੋਖ ਕਰਨੀ ਹੋਏਗੀ। ਤੁਹਾਡੀ ਸੋਚ ਦੇ ਮੁਤਾਬਿਕ ਹੁਣ ਹੋਣਾ ਕੀ ਚਾਹੀਦਾ? ਇਸ ਨੂੰ ਕੰਪਲੀਟਲੀ ਖਤਮ ਕਰ ਦਿੱਤਾ ਜਾਵੇ ਜਾਂ ਇਸ ਦੇ ਵਿੱਚ ਤਰਮੀਮ ਕੀਤੀ ਜਾਵੇ? ਇਹਨੂੰ ਖਾਰਿਜ ਕਰ ਦੇਣਾ ਚਾਹੀਦਾ ਹੈਗਾ, ਕਿਉਂਕਿ ਜਿਹੜੀਆਂ ਅੱਤਵਾਦੀ ਗਤੀਵਿਧੀਆਂ ਨੇ ਜਾਂ ਕੋਈ ਹੋਰ ਇਹੋ ਜਿਹੀਆਂ ਹਿੰਸਾ ਭੜਕਾਉਣ ਵਾਲੀਆਂ ਗਤੀਵਿਧੀਆਂ ਨੇ, ਉਹਨਾਂ ਨੂੰ ਰੋਕਣ ਵਾਸਤੇ ਫੌਜਦਾਰੀ ਦੇ ਕਾਨੂੰਨ ਦੇ ਵਿੱਚ ਬੜੇ ਇਹੋ ਜਿਹੇ ਪ੍ਰਾਵਧਾਨ ਹੈਗੇ ਨੇ। UAPA ਦਾ ਕਾਨੂੰਨ ਹੈਗਾ, ਬਾਕੀ ਕਾਨੂੰਨ ਹੈਗੇ ਨੇ ਜਿਨ੍ਹਾਂ ਦਾ ਲੋੜ ਪਏ ਤਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਇੱਕ ਬੜਾ ਵੱਡਾ ਸੁਨੇਹਾ ਜਾਊਗਾ ਕਿ ਹਿੰਦੁਸਤਾਨ ਦੇ ਵਿੱਚ, ਹਿੰਦੁਸਤਾਨ ਦੀ ਜਮਹੂਰੀਅਤ ਦੇ ਵਿੱਚ ਜਿਹੜੀ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈ ਉਹ ਬਰਕਰਾਰ। ਜੀ ਬਹੁਤ ਬਹੁਤ ਸ਼ੁਕਰੀਆ ਮਨੀਸ਼ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਦੀ। ਸਤਿਆਪਾਲ ਜੈਨ ਸਾਹਿਬ ਦਾ ਵੀ ਬਹੁਤ ਬਹੁਤ ਸ਼ੁਕਰੀਆ ਅਸੀਂ ਕਰਦੇ ਹਾਂ, ਐਡੀਸ਼ਨਲ ਸੋਲਿਸਿਟਰ ਜਨਰਲ, ਜਿਹੜੇ ਇਸ ਪੂਰੇ ਮਸਲੇ ਤੇ ਸਰਕਾਰ ਦਾ ਪੱਖ ਜੇਕਰ ਅਸੀਂ ਕਹਾਂਗੇ ਉਹ ਸਰਕਾਰ ਦਾ ਪੱਖ ਰੱਖ ਰਹੇ ਸੀ। ਕਿ ਮਨੀਸ਼ ਤਿਵਾੜੀ ਨੇ ਜਿਹੜਾ ਓਪੋਜੀਸ਼ਨ ਪਾਰਟੀ ਜਿਹੜੀਆਂ ਸੋਚਦੀਆਂ ਆਈਆਂ ਨੇ ਇਸ ਮਸਲੇ ਤੇ ਜਿਹੜੀ ਬਹਿਸ ਹੁੰਦੀ ਆਈ ਹੈ ਉਹਨਾਂ ਦਾ ਪੱਖ ਰੱਖਿਆ। ਦੋਵਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਪਰ ਬਹੁਤ ਵੱਡਾ ਇੱਕ ਡਿਸੀਜਨ, ਬਹੁਤ ਵੱਡੀ ਪ੍ਰੋਸੀਡਿੰਗ ਸੁਪਰੀਮ ਕੋਰਟ ਦੀ ਰਹੀ ਹੈ ਕਿ ਦੇਸ਼ ਧਰੋਹ ਦੇ ਕਾਨੂੰਨ ਤੇ ਸੁਪਰੀਮ ਕੋਰਟ ਨੇ ਜਦੋਂ ਤੱਕ ਅਗਲੀ ਸੁਣਵਾਈ ਨਹੀਂ ਹੁੰਦੀ, 3 ਜੱਜਾਂ ਦੀ ਬੈਂਚ ਜਿਹੜੀ ਹੈਗੀ ਹੈ ਸੁਣਵਾਈ ਕਰ ਰਹੀ ਸੀਗੀ। ਜਸਟਿਸ NB ਰਮੰਨਾ ਉਸ ਦੇ ਵਿੱਚ ਸ਼ਾਮਿਲ ਸੀਗੇ, ਉਸ ਦੇ ਨਾਲ ਹੀ ਉਹਨਾਂ ਦੇ ਨਾਲ 2 ਜੱਜਿਸ ਹੋਰ ਸ਼ਾਮਿਲ ਸੀਗੇ। 3 ਜੱਜਾਂ ਦੀ ਬੈਂਚ ਨੇ ਇਹ ਸੁਣਵਾਈ ਕੀਤੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ।